ਗਿਆਨੀ ਜੀ ਪਾਸੋਂ ਵਿਚਾਰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਘਾਓ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਓ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਜੁਗੋਂ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ। ਸ਼ਬਦ ਬ੍ਰਹਮ ਸਤਿਗੁਰੂ, ਸਮੁੱਚੀ ਮਾਨਵਤਾ ਦੇ ਸਾਂਝੇ ਰਹਿਬਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੱਜ ਆਪਾਂ ਉਹਨਾਂ ਮਹਾਨ ਸ਼ਹਾਦਤਾਂ ਨੂੰ ਯਾਦ ਕਰ ਰਹੇ ਹਾਂ, ਜਿਨ੍ਹਾਂ ਨੇ ਦੀਨ, ਸੱਚ, ਧਰਮ, ਕੌਮ ਦੀ ਖਾਤਰ ਆਪਣਾ ਆਪ ਕੁਰਬਾਨ ਕਰਨਾ, ਆਪਣੇ ਆਪ ਨੂੰ ਸ਼ਹਾਦਤ ਦੇ ਵੱਲ ਤੋਰਨਾ, ਉਹ ਆਪਣੇ ਜਿੰਮੇ ਲਿਆ ਹੈ। ਚਾਰ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ, ਤਿਨਾਂ ਦੀ ਸ਼ਹਾਦਤ ਨੂੰ ਸਮਰਪਿਤ ਸੱਜ ਰਹੇ ਸੰਧਿਆ ਵੇਲੇ ਦੇ ਇਸ ਵਿਸ਼ੇਸ਼ ਦੀਵਾਨਾਂ ਦੇ ਅੰਦਰ ਆਪਣੀ ਹਾਜ਼ਰੀ ਲਵਾ ਰਹੇ ਸਤਿਕਾਰਯੋਗ ਸਤਸੰਗੀ ਜਨੋ, ਆਓ ਵਿਚਾਰ ਆਰੰਭ ਕਰੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਜਿਤਨੀ ਸੰਗਤ ਗੁਰੂ ਦਰਬਾਰ ਅੰਦਰ ਜੁੜ ਬੈਠੀ ਹੈ, ਰਸਨਾ ਨੂੰ ਪਵਿੱਤਰ ਕਰਦਿਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਦਬ ਦੇ ਨਾਲ ਸੀਸ ਝੁਕਾਉਂਦਿਆਂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਵਿਦਵਾਨ ਨੇ ਬੜਾ ਕਮਾਲ ਦਾ ਲਿਖਿਆ ਹੈ। ਉਹ ਆਖਦਾ ਹੈ, ਕੋਈ ਕੌਮ ਮੁਹਰਮ ਨੂੰ ਮੰਨਦੀ, ਵੱਡੇ ਦਿਨਾਂ ਦਾ ਕੋਈ ਧਿਆਨ ਧਰਦਾ। ਕੋਈ ਕੌਮ ਮੁਹਰਮ ਨੂੰ ਮੰਨਦੀ, ਵੱਡੇ ਦਿਨਾਂ ਦਾ ਕੋਈ ਧਿਆਨ ਧਰਦਾ। ਦਿਨ ਪੋਹ ਦੇ ਜਦੋਂ ਆਣ ਡਿਠੇ, ਜਦੋਂ ਡਿਠਾ ਸਰਬੰਸ ਕਲਗੀਧਰ ਨੂੰ ਦਾਨ ਕਰਦਾ। ਐਸੇ ਮਹਾਨ ਗੁਰੂ, ਜਿਨ੍ਹਾਂ ਬਾਰੇ ਬੁੱਲੇ ਸ਼ਾਹ ਆਖਦਾ ਹੈ, ਉਹ ਆਖਦਾ ਹੈ, ਨਾ ਬਾਤ ਕਹੂੰ ਅਬ ਕੀ, ਨਾ ਬਾਤ ਕਹੂੰ ਤਬ ਕੀ। ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੋ ਸੁਨਤ ਹੋਤੀ ਸਭ ਕੀ। ਐਸੇ ਮਹਾਨ ਗੁਰੂ ਦੇ ਉਹਨਾਂ ਲਾਲਾਂ ਨੂੰ ਯਾਦ ਕਰਨ ਲਈ, ਐਸੇ ਮਹਾਨ ਗੁਰੂ ਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰਨ ਲਈ, ਉਹਨਾਂ ਅਨੇਕਾਂ ਸਿੰਘਾਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਆਪਾਂ ਅੱਜ ਦੇ ਇਹ ਸਮਾਗਮ ਉਲੀਕੇ ਹਨ। ਇਤਿਹਾਸ ਅਸੀਂ ਪੜ੍ਹਿਆ ਹੈ, ਇਤਿਹਾਸ ਅਸੀਂ ਸੁਣਿਆ ਹੈ, ਪਰ ਬਹੁਤ ਸਾਰੀਆਂ ਵਿਚਾਰਾਂ ਜਿਹੜੀਆਂ ਨੇ, ਬਹੁਤ ਸਾਰੇ ਇਤਿਹਾਸਕ ਜਿਹੜੇ ਪੱਖ ਨੇ, ਸੁਣਦੇ ਤਾਂ ਅਸੀਂ ਹਰ ਵਾਰ ਹਾਂ, ਸੁਣਦੇ ਤਾਂ ਅਸੀਂ ਹਰ ਵਾਰ ਉਹਨਾਂ ਨੂੰ ਵਿਚਾਰਿਆ ਵੀ ਹੈ ਕਿ ਅਸੀਂ ਉਹਨਾਂ ਨੁਕਤਿਆਂ ਨੂੰ ਸਮਝਣ ਦਾ ਯਤਨ ਕੀਤਾ ਹੈ ਕਿ ਕੀ ਕਾਰਨ ਬਣਿਆ ਹੈ। ਕਿ ਉਹ ਸਮਾਂ ਆਇਆ ਜਦੋਂ ਦਸ਼ਮੇਸ਼ ਪਿਤਾ ਜੀ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ। ਕਾਰਨ ਵੀ ਤੇ ਪਤਾ ਹੋਣੇ ਚਾਹੀਦੇ ਨੇ, ਕਿਉਂਕਿ ਬਿਨਾਂ ਕਾਰਨਾਂ ਤੋਂ ਕੋਈ ਗੱਲ ਸਮਝ ਨਹੀਂ ਆਏਗੀ। ਇਹ ਤੇ ਆਪਾਂ ਪੜ੍ਹ ਲਿਆ ਕਿ ਸਤਿਗੁਰੂ ਜੀ ਨੇ, ਦਸ਼ਮੇਸ਼ ਜੀ ਨੇ ਉਹਨਾਂ ਸਿੰਘਾਂ ਦੇ ਨਾਲ ਉਸ
ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ ਹੈ। ਸਰਸਾ ਦਾ ਵਿਛੋੜਾ ਹੋਇਆ ਹੈ, ਚਮਕੌਰ ਦੀ ਜੰਗ ਹੋਈ ਹੈ, ਛੋਟੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਚਿਣੇ ਗਏ ਨੇ। ਪਰ ਉਹ ਛੱਡਣ ਦਾ ਕਾਰਨ ਵੀ ਤੇ ਪਤਾ ਹੋਵੇ। ਸਤਿਗੁਰੂ ਦੀ ਪਾਵਨ ਬਾਣੀ ਦਾ ਉਪਦੇਸ਼ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੀ ਇੱਕ ਬਾਤ ਰਹੀ ਹੈ। ਉਹ ਬਾਤ ਇਹ ਹੈ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਨਾਏ ਸੀ ਸੱਚ ਕੀ ਵੇਲਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਸ ਘਰ ਦੇ ਅੰਦਰ ਸੱਚ ਦੀ ਗੱਲ ਚੱਲਦੀ ਹੈ, ਹੱਕ ਦੀ ਗੱਲ ਚੱਲਦੀ ਹੈ। ਇਹ ਗੱਲ ਉਹਨਾਂ ਲੋਕਾਂ ਨੂੰ ਮਨਜ਼ੂਰ ਨਹੀਂ ਹੈ ਜਿਹੜੇ ਲੋਕ ਝੂਠ ਦਾ ਪੁਲੰਦਾ ਲੈ ਕੇ ਚੱਲਦੇ ਨੇ। ਇਹ ਲੋਕ ਉਹਨਾਂ ਲੋਕਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਹੈ ਜਿਹੜੇ ਦੂਜੇ ਲੋਕਾਂ ਦੇ ਉੱਤੇ ਆਪਣਾ ਹੱਕ ਜਮਾਉਣਾ ਚਾਹੁੰਦੇ ਨੇ, ਦੂਜੇ ਲੋਕਾਂ ਦੇ ਉੱਤੇ ਆਪਣੀ ਹਕੂਮਤ ਨੂੰ ਜਮਾਉਣਾ ਚਾਹੁੰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਲੋਕਾਂ ਦੇ ਮਜ਼ਲੂਮਾਂ ਦੇ ਨਾਲ ਖੜੇ ਹੋਏ ਜਿਨ੍ਹਾਂ ਨੂੰ ਇਹ ਲੋਕ ਸ਼ੂਦਰ ਕਹਿ ਕੇ ਦੁਰਕਾਰਦੇ ਸਨ। ਇੱਕ ਕਾਰਨ ਹੈ 1699 ਦੀ ਵਿਸਾਖੀ। ਉਸ ਸਮੇਂ ਦੇ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਬੇਨਤੀ ਕੀਤੀ, ਸਤਿਗੁਰੂ ਜੀ ਤੁਸੀਂ ਅੰਮ੍ਰਿਤ ਦੀ ਦਾਤ ਦੇ ਰਹੇ ਹੋ, ਖੰਡੇ ਬਾਟੇ ਦੀ ਪਹੁਲ ਛਕਾ ਰਹੇ ਹੋ, ਅਸੀਂ ਵੀ ਤਿਆਰ ਹਾਂ, ਪਰ ਸਾਡੀ ਇੱਕ ਸ਼ਰਤ ਹੈ। ਉਹ ਸ਼ਰਤ ਇਹ ਹੈ ਕਿ ਇਸ ਬਾਟੇ ਦੇ ਨੂੰ ਸਾਨੂੰ ਜਿਹੜਾ ਹੈ ਅਲੱਗ ਅੰਮ੍ਰਿਤ ਦੀ ਦਾਤ ਦਿੱਤੀ ਜਾਵੇ, ਅਲੱਗ ਤੌਰ ਦੇ ਉੱਤੇ ਛਕਾਇਆ ਜਾਵੇ। ਪਰ ਸਤਿਗੁਰੂ ਜੀ ਦਾ ਉੱਥੇ ਜਵਾਬ ਹੈ, ਇਹਨਾਂ ਲੋਕਾਂ ਨੂੰ ਇਹਨਾਂ ਦੇ ਹੱਕ ਦਿਵਾਉਣ ਲਈ, ਇਹਨਾਂ ਲੋਕਾਂ ਦੇ ਵਿੱਚ ਇਸ ਜਾਤ ਪਾਤ ਦੇ ਵਿਤਕਰੇ ਨੂੰ ਖਤਮ ਕਰਨ ਲਈ ਅਸਲ ਦੇ ਵਿੱਚ ਇਹ ਕਦਮ ਚੁੱਕਿਆ ਹੈ ਜਿਸ ਨਿਰਮਲ ਪੰਥ ਦੀ ਉਹ ਨੀਂਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰੱਖੀ। 10ਵੇਂ ਜਾਮੇ ਦੇ ਵਿੱਚ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਖਾਲਸਾ ਪੰਥ ਕਹਿ ਦਿੱਤਾ ਹੈ। ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੈ। ਉਹ ਘੇਰੇ ਦੇ ਦੌਰਾਨ ਸਿੰਘ ਸ਼ਹਾਦਤ ਦਾ ਜਾਮ ਪੀਂਦੇ ਨੇ। ਕਿਉਂਕਿ ਉੱਥੇ ਜਿਹੜਾ ਹੈ ਪਾਣੀ ਦੀ ਘਾਟ ਹੈ, ਖਾਣ ਪੀਣ ਦੀ ਘਾਟ ਹੋ ਗਈ ਹੈ, ਸਭ ਕੁਝ ਬਾਹਰ ਜਿਹੜਾ ਹੈ ਉਹ ਆਉਣਾ ਬੰਦ ਹੋ ਗਿਆ ਹੈ। ਮਈ 1704 ਨੂੰ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਜਾਂਦਾ ਹੈ ਤੇ ਦਸੰਬਰ 1704 ਨੂੰ ਜਿਹੜਾ ਹੈ ਅਨੰਦਪੁਰ ਸਾਹਿਬ ਨੂੰ ਜਿਹੜਾ ਹੈ ਗੁਰੂ ਸਾਹਿਬ ਛੱਡਦੇ ਨੇ। 7-8 ਮਹੀਨੇ ਦਾ ਇਹ ਘੇਰਾ, ਜਿਹਨੂੰ ਪਾਣੀ ਦਾ ਇੱਕ ਸਰੋਤ ਉਸ ਕਿਲੇ ਦੇ ਵੱਲ ਆਉਂਦਾ ਸੀ, ਮੁਗਲ ਹਕੂਮਤ ਦੇ ਵੱਲੋਂ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਤੇ ਇੱਥੋਂ ਤੱਕ ਇਤਿਹਾਸ ਮਹਿਮਾ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖਦੇ ਨੇ, ਉਹ ਆਖਦੇ ਨੇ ਕਿ ਜਿਹੜੇ ਸਿੰਘ ਉਸ ਪਾਣੀ ਦੇ ਲਈ ਬਾਹਰ ਜਾਂਦੇ ਨੇ, 4 ਸਿੰਘ ਜਾਂਦੇ ਨੇ ਪਰ 2 ਵਾਪਸ ਆਉਂਦੇ ਨੇ, 2 ਉੱਥੇ ਹੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਇਤਿਹਾਸਿਕ ਉਹ ਗੱਲਾਂ ਨੇ ਜਿਹਨੂੰ ਵਿਚਾਰਨਾ ਪਏਗਾ ਕਿ ਸਿੰਘਾਂ ਦੇ ਕੋਲ ਉਸ ਸਮੇਂ ਖਾਣ ਨੂੰ ਕੁਛ ਨਹੀਂ, ਪੀਣ ਨੂੰ ਕੁਛ ਨਹੀਂ। ਇਸ ਮੁਸੀਬਤ ਦੀ ਘੜੀ ਦੇ ਵਿੱਚ ਪਹਾੜੀ ਰਾਜਿਆਂ ਦੇ ਵੱਲੋਂ ਇੱਕ ਪੈਗਾਮ ਆਉਂਦਾ ਹੈ। ਪਰਮਾਨੰਦ ਪੰਡਿਤ ਪੈਗਾਮ ਲੈ ਕੇ ਆਉਂਦਾ ਹੈ। ਉਸ ਪੈਗਾਮ ਦੇ ਵਿੱਚ, ਉਸ ਚਿੱਠੀ ਦੇ ਵਿੱਚ ਇਹ ਲਿਖਿਆ ਜਾਂਦਾ ਹੈ ਕਿ ਅਸੀਂ ਗਊ ਦੀ ਕਸਮ ਖਾਂਦੇ ਆ। ਤੇ ਉਹ ਪੰਡਿਤ ਆਪਣੇ ਮੂੰਹ ਦੇ ਵਿੱਚ ਇੱਕ ਤੀਲਾ ਰੱਖਦਾ ਹੈ ਕਿ ਮੈਂ ਨਿਤਾਣਾ ਹੋ ਕੇ, ਨਿਮਾਣਾ ਹੋ ਕੇ ਆਇਆ ਹਾਂ ਤੇ ਮੈਨੂੰ ਜਿਹੜਾ ਹੈ ਮੇਰੀ ਇਸ ਬੇਨਤੀ ਨੂੰ ਸਵੀਕਾਰ ਕੀਤਾ ਜਾਵੇ। ਪਹਾੜੀ ਰਾਜਿਆਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਤੁਹਾਡੇ ਨਾਲ ਕੋਈ ਜੰਗ ਨਹੀਂ ਕੀਤੀ ਜਾਏਗੀ, ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ, ਤੁਸੀਂ ਜਿਹੜਾ ਅਨੰਦਪੁਰ ਸਾਹਿਬ ਖਾਲੀ ਕਰ ਦਿਓ। ਸਤਿਗੁਰੂ ਜੀ ਨੇ ਉੱਥੇ ਕੋਈ ਜਵਾਬ ਨਹੀਂ ਦਿੱਤਾ ਕਿਉਂਕਿ ਸਲਾਹ ਮਸ਼ਵਰਾ ਸਿੰਘਾਂ ਦੇ ਨਾਲ ਕੀਤਾ ਗਿਆ ਹੈ। ਕਈ ਇਤਿਹਾਸਕਾਰਾਂ ਨੇ ਇਹ ਵੀ ਕਿਹਾ ਕਿ ਉਸ ਸਲਾਹ ਮਸ਼ਵਰੇ ਦੇ ਵਿੱਚ ਮਾਤਾ ਗੁਜਰ ਕੌਰ ਜੀ ਵੀ ਮੌਜੂਦ ਸਨ। ਹੁਣ ਉੱਥੇ ਸਤਿਗੁਰੂ ਜੀ ਇਹਨਾਂ ਲੋਕਾਂ ਦਾ ਪਾਜ ਉਘੇੜਨਾ ਚਾਹੁੰਦੇ ਨੇ ਜਿਹੜੇ ਅਸਲ ਦੇ ਵਿੱਚ ਧਰਮ ਦੀਆਂ ਕਸਮਾਂ ਤੇ ਖਾ ਰਹੇ ਨੇ। ਉਹਨਾਂ ਧਰਮ ਨੂੰ ਪੂਜਣ ਵਾਲੇ ਲੋਕ ਜਿਹੜੇ ਕਸਮਾਂ ਤੇ ਖਾ ਰਹੇ ਨੇ, ਪਰ ਅਸਲ ਦੇ ਵਿੱਚ ਧਰਮ ਦੇ ਉੱਤੇ ਉਹਨਾਂ ਦਾ ਐਤਬਾਰ ਨਹੀਂ ਹੈ, ਐਤਬਾਰ ਨਹੀਂ ਹੈ। ਸਤਿਗੁਰੂ ਜੀ ਨੇ ਰਾਤ ਦੇ ਹਨੇਰੇ ਦੇ ਵਿੱਚ ਗੱਡੇ ਭੇਜੇ, ਕੂੜ ਕਬਾੜ ਹੋਰ ਸਮਾਨ ਜਿਹੜਾ ਸੀ ਨਾ ਯੂਜ਼ ਹੋਣ ਵਾਲਾ ਤੇ ਉਹ ਲੱਦ ਕੇ ਭੇਜਿਆ ਉੱਪਰ ਚੰਗੇ ਸ਼ਾਮਿਆਨੇ, ਤੇ ਇਹਨਾਂ ਲੋਕਾਂ ਦਾ ਪਾਜ ਉਗੜ ਕੇ ਸਾਹਮਣੇ ਆ ਗਿਆ। ਅਗਲੀ ਬੇਨਤੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਹੋਰ
ਲੈ ਕੇ ਪਹੁੰਚਦਾ ਹੈ ਉਹ ਵਜ਼ੀਰ ਖਾਂ ਦਾ ਇੱਕ ਅਹਿਲਕਾਰ ਹੈ ਤੇ ਉਹ ਬੇਨਤੀ ਜਿਹੜੀ ਹੈ ਉਹ ਔਰੰਗਜ਼ੇਬ ਨੇ ਭੇਜੀ ਹੈ, ਜਿਹੜੀ ਕੁਰਾਨ ਜਿਹੜੀ ਹੈ ਉਹਦੇ ਉੱਤੇ ਉਹ ਲਿਖ ਕੇ ਭੇਜਦਾ ਹੈ ਕਿ ਮੈਂ ਕੁਰਾਨ ਦੀ ਕਸਮ ਖਾਨਾ ਹਾਂ, ਤੁਸੀਂ ਆਨੰਦਪੁਰ ਛੱਡ ਦਿਓ, ਤੁਸੀਂ ਦੱਖਣ ਦੇ ਵੱਲ ਚਲੇ ਜਾਓ, ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ। ਇਸ ਦਾ ਜ਼ਿਕਰ ਧੰਨ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਨੇ ਜਫਰਨਾਮੇ ਦੇ ਵਿੱਚ ਕੀਤਾ ਹੈ। ਜਫਰਨਾਮੇ ਦੇ ਵਿੱਚ ਸਤਿਗੁਰੂ ਜੀ ਨੇ ਬਕਾਇਦਾ ਲਿਖਿਆ ਹੈ ਕਿ हे ਔਰੰਗਜ਼ੇਬ, ਮੈਂ ਆਨੰਦਪੁਰ ਸਾਹਿਬ ਛੱਡਿਆ, ਉਸ ਆਨੰਦਪੁਰ ਸਾਹਿਬ ਦੇ ਛੱਡਣ ਵੇਲੇ ਮੇਰੇ ਨਾਲ ਪਰਿਵਾਰ ਸੀ, ਮੇਰੇ ਨਾਲ ਸਿੰਘ ਸਨ, ਬੱਚੇ ਸੀ, ਮਾਤਾ ਗੁਜਰ ਕੌਰ ਜੀ ਸੀ ਤੇ ਅਨੇਕਾਂ ਜਿਹੜਾ ਸੀ ਸਮਾਨ ਸੀ। ਪਰ ਸਰਸਾ ਤੋਂ ਬਾਅਦ ਜਿਹੜਾ ਹੈ ਅੱਜ ਮੇਰੇ ਕੋਲ ਜਿਹੜਾ ਹੈ ਸਿਰਫ ਉਹ ਕੁਰਾਨ ਮੌਜੂਦ ਹੈ ਜਿੰਦੇ ਉੱਤੇ ਤੂੰ ਕਸਮ ਖਾਧੀ ਸੀ, ਤੂੰ ਚਾਹੇ ਮਿਲ ਕੇ ਉਸ ਕੁਰਾਨ ਨੂੰ ਮੇਰੇ ਕੋਲੋਂ ਵੇਖ ਵੀ ਸਕਦਾ ਹੈ। ਸਤਿਗੁਰੂ ਜੀ ਨੇ ਜਫਰਨਾਮੇ ਦੇ ਵਿੱਚ ਔਰੰਗਜ਼ੇਬ ਨੂੰ ਚਿੱਠੀ ਦੇ ਵਿੱਚ ਲਿਖ ਕੇ ਭੇਜਿਆ। ਸਤਿਗੁਰੂ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਕਈ ਵਾਰ ਆਪਾਂ ਅਣਜਾਣੇ ਦੇ ਵਿੱਚ ਇਹ ਗੱਲ ਕਹਿ ਦਿੰਨੇ ਆ ਕਿ ਸਤਿਗੁਰੂ ਜੀ ਦੇ ਨਾਲ ਉੱਥੇ ਧੋਖਾ ਕੀਤਾ ਗਿਆ, ਪਰ ਕੀ ਗੁਰੂ ਨੂੰ ਵੀ ਕਦੀ ਧੋਖਾ ਦਿੱਤਾ ਜਾ ਸਕਦਾ ਹੈ? ਵਿਚਾਰਨ ਵਾਲੀ ਗੱਲ ਹੈ ਕਿ ਕਦੀ ਗੁਰੂ ਨੂੰ ਵੀ ਅਸੀਂ ਧੋਖਾ ਦੇ ਸਕਦੇ ਹਾਂ? ਨਹੀਂ। ਅਸਲ ਦੇ ਵਿੱਚ ਗੁਰੂ ਜਾਣਦੇ ਸਨ ਕਿ ਇਹਨਾਂ ਨੇ ਜਿਹੜੀਆਂ ਕਸਮਾਂ ਨੇ ਇਹ ਝੂਠੀਆਂ ਨੇ। ਸਤਿਗੁਰੂ ਜੀ ਅਗਰ ਮੰਨ ਲਓ ਆਪਾਂ ਕਿ ਅਗਰ ਸਤਿਗੁਰੂ ਜੀ ਉੱਥੇ ਨਾ ਜਾਣਦੇ, ਉਸ ਆਨੰਦਪੁਰ ਸਾਹਿਬ ਨੂੰ ਨਾ ਛੱਡਦੇ, ਤੇ ਕਈਆਂ ਨੇ ਇਹ ਵੀ ਕਹਿ ਦੇਣਾ ਸੀ ਕਿ ਉਹਨਾਂ ਨੇ ਤੇ ਕੁਰਾਨ ਦੀ ਕਸਮ ਖਾਧੀ ਸੀ, ਛੱਡ ਦਿੰਦੇ ਤੇ ਸ਼ਾਇਦ ਬਚ ਜਾਂਦੇ। ਪਰ ਸਤਿਗੁਰੂ ਜੀ ਨੇ ਉਹਨਾਂ ਦੇ ਅਸਲ ਪਾਜ ਨੂੰ ਉਗੇੜਿਆ ਕਿ ਤੁਸੀਂ ਧਰਮ ਨੂੰ ਅਸਲ ਦੇ ਵਿੱਚ ਮੰਨਦੇ ਨਹੀਂ ਹੋ, ਧਰਮ ਦਾ ਯੂਜ਼ ਕਰਦੇ ਪਏ ਹੋ। ਜਿਵੇਂ ਅੱਜ ਦੇ ਹਾਲਾਤ ਨੇ, ਬਹੁਤ ਸਾਰੀ ਹਕੂਮਤ ਧਰਮ ਦੇ ਨਾਮ ਦੇ ਨਾਲ ਤੇ ਵੋਟਾਂ ਨੂੰ ਇਕੱਠਾ ਕਰ ਲੈਂਦੀ ਹੈ, ਧਰਮ ਦੇ ਨਾਮ ਦੇ ਉੱਤੇ ਤੇ ਦੰਗੇ ਕਰਵਾਏ ਜਾਂਦੇ ਨੇ, ਪਰ ਅਸਲ ਦੇ ਵਿੱਚ ਧਰਮ ਦੇ ਉੱਤੇ ਉਹਨਾਂ ਦਾ ਪਰਪੱਕ ਵਿਸ਼ਵਾਸ ਜਿਹੜਾ ਹੈ ਨਾ ਉਹ ਪੂਰਨ ਤੌਰ ਦੇ ਉੱਤੇ ਹੈ ਨਹੀਂ। ਆਨੰਦਪੁਰ ਸਾਹਿਬ ਦੇ ਕਿਲੇ ਛੱਡਣ ਤੋਂ ਬਾਅਦ ਸਰਸਾ ਦੇ ਉੱਤੇ ਜਿਹੜਾ ਵਿਛੋੜਾ ਹੋਇਆ, ਜਿੱਥੇ ਭਾਈ ਉਦੈ ਸਿੰਘ ਸ਼ਹਾਦਤ ਦਾ ਜਾਮ ਪੀਂਦੇ ਨੇ, ਭਾਈ ਜੀਵਨ ਸਿੰਘ ਜੀ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਜੈਤਾ ਜੀ ਹੈ, ਪਰ ਅੰਮ੍ਰਿਤ ਦੀ ਦਾਤ ਲੈਣ ਤੋਂ ਬਾਅਦ ਉਹ ਭਾਈ ਜੀਵਨ ਸਿੰਘ ਬਣਦੇ ਨੇ। ਇੱਕ ਇਤਿਹਾਸ ਦੀ ਘਟਨਾ ਕਹਿ ਕੇ ਮੈਂ ਸਮਾਪਤੀ ਕਰਾਂ, ਕਿਉਂਕਿ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ ਆਪ ਜੀ ਨੂੰ ਵਿਚਾਰਾਂ ਦੇ ਨਾਲ ਜੋੜਨਗੇ। ਇਸ ਤੋਂ ਭਾਈ ਬਚਿੱਤਰ ਸਿੰਘ ਇੱਥੇ ਜਿਹੜੇ ਨੇ ਜ਼ਖਮੀ ਹਾਲਤ ਦੇ ਵਿੱਚ ਹੁੰਦੇ ਨੇ, ਸਰਸਾ ਦੇ ਜਿਹਦੇ ਜੰਗ ਹੁੰਦੀ ਹੈ। ਸਤਿਗੁਰੂ ਜੀ ਸਰਸਾ ਨੂੰ ਪਾਰ ਕਰਦੇ ਨੇ ਤੇ ਕੋਟਲੇ ਪਿੰਡ ਦੇ ਜਿੱਥੇ ਨਿਹੰਗ ਖਾਂ ਰਹਿੰਦਾ ਹੈ ਉਸ ਜਗ੍ਹਾ ਦੇ ਉੱਤੇ ਪਹੁੰਚਦੇ ਨੇ। ਸਤਿਗੁਰੂ ਜੀ 7 ਪੋਹ ਦੀ, ਕਿਉਂਕਿ 6-7 ਪੋਹ ਦੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗਿਆ। 7 ਪੋਹ ਦੀ ਜਿਹੜੀ ਸਵੇਰ ਹੈ, ਉਸ ਸਵੇਰ ਜਿਹੜੀ ਹੈ ਉਸ ਕੋਟਲਾ ਨਿਹੰਗ ਖਾਂ ਦੇ ਘਰ ਦੇ ਵਿੱਚ ਗੁਜ਼ਾਰਦੇ ਨੇ। ਉੱਥੋਂ ਦਾ ਅੱਗੇ ਦਾ ਸਫ਼ਰ ਜਿਹੜਾ ਉਸ ਦਾ ਪੁੱਤਰ ਆਲਮ ਖਾਂ ਜਿਹੜਾ ਹੈ ਚਮਕੌਰ ਦੇ ਵੱਲ ਨੂੰ ਜਿਹੜਾ ਹੈ ਉਹ ਰਸਤਾ ਜਿਹੜਾ ਹੈ ਉਹ ਦੱਸਦਾ ਹੈ। ਇੱਧਰ ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਦੇ ਵਿੱਚ ਨੇ। ਇਸ ਜ਼ਖਮੀ ਹਾਲਤ ਦੇ ਵਿੱਚ ਭਾਈ ਬਚਿੱਤਰ ਸਿੰਘ ਦੀ ਸੇਵਾ ਜਿਹੜੀ ਹੈ ਉਹ ਨਿਹੰਗ ਖਾਂ ਦੀ ਬੇਟੀ ਮੁਮਤਾਜ ਕਰਦੀ ਹੈ। ਉਹ ਮੁਮਤਾਜ ਜਿਸ ਦੇ ਭਰਾ ਦਾ ਨਾਮ ਆਲਮ ਖਾਂ ਹੈ, ਜਿਸ ਦੀ ਮਾਤਾ ਦਾ ਨਾਮ ਚੈਨਾ ਹੈ, ਜਿਸ ਦੇ ਪਿਤਾ ਨਿਹੰਗ ਖਾਂ ਨੇ, ਤੇ ਇਹਨਾਂ ਦੀ ਇੱਕ ਭੂਆ ਹੈ ਉਮਰੀ। ਇਹ ਉਮਰੀ ਉਹੀ ਭੂਆ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਾਛੀਵਾੜੇ ਦੇ ਜੰਗਲਾਂ ਦੇ ਵਿੱਚੋਂ ਜਿਸ ਸਮੇਂ ਉੱਚ ਦਾ ਪੀਰ ਬਣਾ ਕੇ ਜਿਹੜਾ ਸੀ ਨਵੀ ਖਾਂ ਤੇ ਗਨੀ ਖਾਂ ਲੈ ਕੇ ਗਏ ਸਨ, ਉਹ ਉਮਰੀ ਦੇ ਦੋਨੋਂ ਬੱਚੇ ਨੇ। ਹੁਣ ਇਤਿਹਾਸਿਕ ਇਹ ਵਿਚਾਰਾਂ ਨੇ। ਇੱਥੇ ਜਾਫਰ ਖਾਂ, ਕਿਉਂਕਿ ਉਹਦੇ ਕੋਲ ਸੂਏ ਇਹ ਗੱਲ ਪਹੁੰਚਾ ਦਿੰਦੇ ਨੇ ਕਿ ਹਕੂਮਤ ਦਾ ਬਾਗੀ ਗੁਰੂ ਗੋਬਿੰਦ ਸਿੰਘ ਨਿਹੰਗ ਖਾਂ ਦੇ ਘਰ ਬੈਠਾ ਹੋਇਆ ਹੈ, ਉੱਥੇ ਉਹ ਛੁਪਿਆ ਪਿਆ ਹੈ। ਜਾਫਰ ਖਾਂ ਉਸ ਇਲਾਕੇ ਦਾ ਫੌਜਦਾਰ, ਉਹ ਆਪਣੀ ਫੌਜ ਲੈ ਕੇ ਪਹੁੰਚਦਾ ਹੈ ਤੇ ਘਰ ਦੀ ਜਿਹੜੀ ਹੈ ਨਿਹੰਗ ਖਾਂ ਦੇ ਕੋਲ ਜਾ ਕੇ ਕਹਿੰਦਾ ਹੈ ਕਿ ਤੁਹਾਡੀ ਘਰ ਦੀ ਤਲਾਸ਼ੀ ਲਈ ਜਾਏਗੀ। ਇੱਥੇ ਹਕੂਮਤ ਦਾ ਬਾਗੀ ਗੁਰੂ ਗੋਬਿੰਦ ਸਿੰਘ ਆ ਕੇ ਛੁਪਿਆ ਹੋਇਆ ਹੈ। ਨਿਹੰਗ ਖਾਂ ਕਹਿੰਦਾ ਹੈ ਠੀਕ ਹੈ, ਤੁਸੀਂ ਜਿਹੜਾ ਹੈ ਇੱਥੋਂ ਤਲਾਸ਼ੀ ਲੈ ਸਕਦੇ ਹੋ। ਸਾਰੇ ਘਰ ਦੀ ਫੌਜ ਵੱਲੋਂ, ਉਹ ਸੈਨਾ ਵੱਲੋਂ ਤਲਾਸ਼ੀ ਲਈ ਗਈ, ਪਰ ਇੱਕ ਕਮਰਾ ਬੰਦ ਹੈ। ਇਸ ਜਗ੍ਹਾ ਦੇ ਉੱਤੇ ਨਾ
ਭਾਈ ਬਚਿੱਤਰ ਸਿੰਘ ਹੈ ਤੇ ਭਾਈ ਬਚਿੱਤਰ ਸਿੰਘ ਦੀ ਉਸ ਮਲਮ ਪੱਟੀ ਕਰਦੀ ਹੋਈ ਨਿਹੰਗ ਖਾਂ ਦੀ ਬੇਟੀ ਜਿਹੜੀ ਹੈ ਉਹ ਮੁਮਤਾਜ ਹੈ। ਕਮਰਾ ਬੰਦ ਹੈ। ਇੱਧਰ ਜਾਫਰ ਖਾਂ ਇਹ ਗੱਲ ਕਹਿੰਦਾ ਹੈ ਕਿ ਇਸ ਕਮਰੇ ਦੀ ਤਲਾਸ਼ੀ ਨਹੀਂ ਲਈ ਹੈ, ਇਸ ਕਮਰੇ ਦੇ ਵਿੱਚ ਕੌਣ ਹੈ? ਤੇ ਨਿਹੰਗ ਖਾਂ ਦਾ ਜਵਾਬ ਹੈ, ਇਸ ਕਮਰੇ ਦੇ ਵਿੱਚ ਮੇਰੀ ਧੀ ਮੁਮਤਾਜ ਅਤੇ ਮੇਰਾ ਦਮਾਦ ਹੈ। ਇਸ ਕਮਰੇ ਦੇ ਵਿੱਚ ਮੇਰੀ ਧੀ ਮੁਮਤਾਜ ਤੇ ਮੇਰਾ ਦਮਾਦ ਉਹ ਆਰਾਮ ਕਰ ਰਿਹਾ ਹੈ। ਧੀ ਨੂੰ ਆਵਾਜ਼ ਮਾਰਦਾ ਹੈ, ਬੇਟਾ ਮੁਮਤਾਜ, ਤੇ ਉਹ ਵੀ ਬੜੇ ਠਰਮੇ ਸੁਭਾਅ ਦੇ ਨਾਲ, ਤਾਂ ਕਿ ਉਸ ਸਮੇਂ ਸ਼ੱਕ ਨਾ ਪਵੇ। ਆਖਦੀ, ਹਾਂਜੀ ਹਜੂਰ ਪਿਤਾ ਜੀ, ਤੁਸੀਂ ਕਹੋ ਤੇ ਮੈਂ ਇਹਨਾਂ ਨੂੰ ਜਗਾ ਦਿਆਂ। ਕਿਉਂਕਿ ਇਸਲਾਮ ਮਤ ਦੇ ਵਿੱਚ ਔਰਤ ਦੇ ਉਸ ਕਮਰੇ ਦੇ ਵਿੱਚ ਜਾਣਾ ਜਿਹੜਾ ਹੈ ਉਹ ਉਹਨਾਂ ਨੂੰ ਪ੍ਰਵਾਨ ਨਹੀਂ ਹੈ, ਜਿੱਥੇ ਕੋਈ ਪਰਿਵਾਰ ਰਹਿ ਰਿਹਾ ਹੋਵੇ। ਇਹ ਵਾਪਸ ਜਾਫਰ ਖਾਨ ਦੇ ਕੋਲ ਜਿਹੜਾ ਹੈ ਉਹ ਸੈਨਾ ਪਹੁੰਚਦੀ ਹੈ ਕਿ ਜਿਹੜਾ ਹੈ ਗੁਰੂ ਸਾਹਿਬ ਚਮਕੌਰ ਸਾਹਿਬ ਵੱਲ ਰਵਾਨਾ ਹੋ ਗਏ ਨੇ। ਉਹ ਜਾਫਰ ਖਾਨ ਆਪਣੀ ਫੌਜ ਲੈ ਕੇ ਜਿਹੜਾ ਹੈ ਉਧਰ ਨੂੰ ਪਹੁੰਚਦਾ ਹੈ। ਇਤੇ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਭਾਈ ਬਚਿੱਤਰ ਸਿੰਘ ਉਸੇ ਦਿਨ ਅਕਾਲ ਚਲਾਣਾ ਕਰ ਜਾਂਦੇ ਨੇ, ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਜਿੱਥੇ ਇਹ ਜਿਹੜੀ, ਕਿਉਂਕਿ ਨਿਹੰਗ ਖਾਂ ਇਹ ਗੱਲ ਜਾਣਦਾ ਹੈ ਕਿ ਸਿੱਖ ਰੀਤੀ ਰਿਵਾਜ ਜਿਹੜੇ ਨੇ, ਕਿਉਂਕਿ ਇਹ ਸਿੱਖ ਹੈ, ਆਪ ਉਹ ਮੁਸਲਮਾਨ ਹੈ, ਪਰ ਜਿਹੜਾ ਅੰਤਿਮ ਕਿਰਿਆ ਹੈ ਉਹ ਸਾਰੀ ਸਿੱਖ ਮਰਿਆਦਾ ਦੇ ਅਨੁਸਾਰ ਕਰਦੇ ਨੇ। ਉੱਥੋਂ ਦੇ ਰਹਿਣ ਵਾਲੇ ਦੋ ਸਿੱਖ ਨੇ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਜ਼ਿਕਰ ਭਾਈ ਬੱਗਾ ਸਿੰਘ ਤੇ ਭਾਈ ਜੁੱਸਾ ਸਿੰਘ ਨਾਮ ਕਰਕੇ ਆਇਆ ਹੈ, ਜਿਨ੍ਹਾਂ ਨੇ ਰਾਤ ਦੇ ਹਨੇਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ। ਉਸੇ ਹੀ ਰਾਤ ਦੇ ਵਿੱਚ ਉਹਨਾਂ ਦੇ ਅੰਗੀਠੇ ਨੂੰ ਸੰਭਾਲਿਆ ਤੇ ਉਸੇ ਰਾਤ ਦੇ ਵਿੱਚ ਉਸ ਵਿਹੜੇ ਨੂੰ ਪੋਚਾ ਲਾ ਦਿੱਤਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਇੱਥੇ ਕੋਈ ਅੰਤਿਮ ਸੰਸਕਾਰ ਹੋਇਆ ਹੈ। ਇਹ ਉਹ ਇਤਿਹਾਸ ਹੈ ਜਿਹੜੇ ਨੁਕਤੇ ਵਿਚਾਰਨ ਵਾਲੇ ਨੇ। ਉਹ ਇਤਿਹਾਸ ਦੇ ਵਿੱਚ ਜਿਸ ਸਮੇਂ ਉਹ ਉਮਰੀ ਮੁਮਤਾਜ ਦੀ ਭੂਆ, ਕਿਉਂਕਿ ਰਿਸ਼ਤਾ ਹੋਇਆ ਹੈ, ਉਹ ਆਖਦੀ ਹੈ ਕਿ ਨਿਕਾਹ ਲਈ ਜਿਹੜੇ ਨੇ ਉਹ ਮੰਗ ਰਹੇ ਨੇ। ਤੇ ਉੱਥੇ ਜਦੋਂ ਨਿਕਾਹ ਦੀ ਗੱਲ ਕੀਤੀ ਜਾਂਦੀ ਹੈ ਤੇ ਨਿਹੰਗ ਖਾਂ ਆਪਣੀ ਬੱਚੀ ਨੂੰ ਕਹਿੰਦਾ ਹੈ ਕਿ ਨਿਕਾਹ ਦੀ ਤਿਆਰੀ ਕਰਨੀ ਹੈ, ਤੇ ਉਹ ਮੁਮਤਾਜ ਉਹ ਆਖਦੀ ਹੈ ਕਿ ਹੇ ਪਿਤਾ, ਹੇ ਹਜੂਰ ਅੱਬਾ, ਕਿਸ ਗੱਲ ਦੀ ਤੁਸੀਂ ਇਹ ਗੱਲ ਕਰਦੇ ਪਏ ਹੋ ਕਿ ਤੁਸੀਂ ਨਿਕਾਹ ਦੀ ਗੱਲ ਕਰਦੇ ਪਏ ਹੋ। ਅਸਲ ਦੇ ਵਿੱਚ ਕੋਈ ਵੀ ਬਾਪ ਆਪਣੀ ਧੀ ਦਾ ਦੂਜਾ ਵਿਆਹ ਨਹੀਂ ਕਰਦਾ। ਉਹ ਹੈਰਾਨ ਹੁੰਦਾ ਹੈ ਕਿ ਮੈਂ ਕਦੋਂ ਕਿਹਾ, ਮੈਂ ਕਦੋਂ ਵਿਆਹ ਕੀਤਾ ਹੈ। ਤੇ ਉਹ ਆਖਦੀ ਕਿ ਹੇ ਪਿਤਾ, ਤੁਸੀਂ ਯਾਦ ਕਰੋ ਜਿਸ ਸਮੇਂ ਜਾਫਰ ਬੇਗ ਆਪਣੀ ਫੌਜ ਦੇ ਨਾਲ ਆਇਆ ਸੀ ਤੇ ਤੁਸੀਂ ਕਿਹਾ ਸੀ ਕਿ ਇਸ ਕਮਰੇ ਦੇ ਵਿੱਚ ਮੇਰੀ ਧੀ ਤੇ ਮੇਰਾ ਦਮਾਦ ਹੈ। ਜਦੋਂ ਤੁਹਾਡੇ ਮੂੰਹ ਦੇ ਵਿੱਚੋਂ ਇਹ ਬੋਲ ਨਿਕਲੇ ਸਨ, ਮੈਂ ਬਚਿੱਤਰ ਸਿੰਘ ਨੂੰ ਉਦੋਂ ਹੀ ਆਪਣਾ ਪਤੀ, ਆਪਣਾ ਸ਼ੌਹਰ ਮੰਨ ਲਿਆ ਸੀ। ਇਤਿਹਾਸ ਗਵਾਹੀ ਭਰਦਾ ਹੈ ਜਦੋਂ ਤੱਕ ਮੁਮਤਾਜ ਜਿੰਦਾ ਰਹੀ ਹੈ, ਭਾਈ ਬਚਿੱਤਰ ਸਿੰਘ ਦੀ ਪਤਨੀ ਬਣ ਕੇ ਰਹੀ ਹੈ। ਇਹ ਇਤਿਹਾਸ ਦੀਆਂ ਕੁਝ ਨੁਕਤੇ ਨੇ ਜਿਨ੍ਹਾਂ ਨੂੰ ਵਿਚਾਰਨਾ ਪਏਗਾ। ਸਤਿਗੁਰੂ ਕਿਰਪਾ ਕਰਨ ਅਸੀਂ ਆਪਣੇ ਉਹਨਾਂ ਮਹਾਨ ਬਾਬਿਆਂ ਦੇ, ਉਹਨਾਂ ਮਹਾਨ ਬਜ਼ੁਰਗਾਂ ਦੇ ਪਾਏ ਹੋਏ ਪੂਰਨਿਆਂ ਉੱਤੇ ਚੱਲ ਸਕੀਏ। ਸੋ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ। ਆਪ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ। ਕੋਟਾਨ ਕੋਟ ਸ਼ੁਕਰਾਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਇੱਥੋਂ ਦੀ ਸਤਿਕਾਰਯੋਗ ਪ੍ਰਬੰਧਕ ਕਮੇਟੀ ਦਾ, ਆਪ ਸੰਗਤਾਂ ਦੇ ਦਰਸ਼ਨ ਕਰਨ ਲਈ, ਵਿਚਾਰਾ ਕਰਨ ਲਈ ਇਹ ਸਮਾਂ ਆਪ ਜੀ ਨੇ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ। ਆਓ ਅਗਲਾ ਪ੍ਰੋਗਰਾਮ ਆਪ ਜੀ ਸਤਿਕਾਰਯੋਗ ਭਾਈ ਕਰਮਜੀਤ ਸਿੰਘ ਜੀ ਪਾਸੋਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਦਾ। ਆਓ ਹੁਣ ਆਪ ਜੀ ਦੇ ਸਨਮੁਖ